ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਇਮੀਗ੍ਰੇਸ਼ਨ ਬੈਕਲੌਗ ਵਿੱਚ ਹੋਇਆ ਵਾਧਾ ਤਾਂ ਕੈਨੇਡੀਅਨਸ ਦੇ ਲਈ ਪਾਸਪੋਰਟ ਬਣਵਾਉਣ ਜਾਂ ਰੀਨਿਊ ਕਰਵਾਉਣ ਦੇ ਲਈ ਵੀ ਵੱਡੀ ਚੁਣੌਤੀ। ਸਰੀ ਵਿੱਚ ਬੱਸ ਅੰਦਰ ਲੜਕੀ ਦੇ ਉੱਤੇ ਹਮਲੇ ਦਾ ਮਾਮਲਾ, ਪੁਲਿਸ ਨੇ ਮਾਮਲੇ ਦੇ ਬਾਰੇ ਅਪਡੇਟ ਦੱਸੀ। ਰਾਜਧਾਨੀ ਓਟਵਾ ਵਿੱਚ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼। ਕ੍ਰੇਨ ਆਪਰੇਟਰ ਹੜਤਾਲ ਤੇ ਤਾਂ ਕਈ ਪ੍ਰੋਜੈਕਟ ਰੁਕੇ। ਕੈਨੇਡਾ ਵਾਸੀਆਂ ਸੰਬੰਧੀ ਇੱਕ ਰਿਪੋਰਟ ਜਾਰੀ, ਮਾਨਸਿਕ ਤਣਾਅ ਵਿੱਚ ਜ਼ਿਆਦਾਤਰ ਕੈਨੇਡਾ ਵਾਸੀ। ਇਸ ਸੰਬੰਧੀ ਦੱਸਾਂਗੇ ਖਬਰਾਂ ਵਿੱਚ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਲੱਖਾਂ ਦੀ ਗਿਣਤੀ ਵਿੱਚ ਕੈਨੇਡਾ ਵਾਸੀਆਂ ਨੇ ਪਾਸਪੋਰਟ ਜਾਂ ਤਾਂ ਰੀਨਿਊ ਕਰਨ ਦੇ ਵਾਸਤੇ ਜਾਂ ਫਿਰ ਨਵੇਂ ਪਾਸਪੋਰਟ ਅਪਲਾਈ ਕੀਤੇ ਹੋਏ ਨੇ। ਇਸ ਸੰਬੰਧੀ ਸਰਵਿਸ ਕੈਨੇਡਾ ਨੇ ਅੰਕੜੇ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਦੱਸਿਆ ਹੈ ਕਿ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਕਿ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ ਕਿਹੜੇ ਕਦਮ ਚੁੱਕੇ ਜਾ ਰਹੇ ਨੇ। ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ। ਸਰਵਿਸ ਕੈਨੇਡਾ ਨੂੰ ਅਪ੍ਰੈਲ ਅਤੇ ਮਾਰਚ ਦੇ ਮਹੀਨੇ 'ਚ 5 ਲੱਖ ਪਾਸਪੋਰਟ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਜਾਣਕਾਰੀ ਮੁਤਾਬਕ ਪਿਛਲੇ 2 ਮਹੀਨਿਆਂ 'ਚ ਫੈਡਰਲ ਸਰਕਾਰ ਕੋਲ ਕਰੀਬ 5 ਲੱਖ ਪਾਸਪੋਰਟ ਦੀਆਂ ਅਰਜ਼ੀਆਂ ਆਈਆਂ ਨੇ, ਕਿਉਂਕਿ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਲੋਕ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਨੇ। ਪਾਸਪੋਰਟ ਬੈਕਲੌਗ ਦੇ ਚੱਲਦੇ ਲੋਕਾਂ ਨੂੰ ਕਈ ਘੰਟਿਆਂ ਤੱਕ ਲੰਬੀਆਂ ਕਤਾਰਾਂ 'ਚ ਲੱਗਣਾ ਪੈ ਰਿਹਾ ਹੈ, ਜਿਸ ਦੇ ਜਵਾਬ ਵਜੋਂ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਜੋ ਕਿ ਦੇਸ਼ ਭਰ 'ਚ ਪਾਸਪੋਰਟ ਸਰਵਿਸਿਜ਼ ਲਈ ਕੰਮ ਕਰਦੀ ਹੈ। ਜਾਣਕਾਰੀ ਮੁਤਾਬਕ ਪਾਸਪੋਰਟ ਨੂੰ ਰੀਨਿਊ ਕਰਵਾਉਣ ਦੀ ਵੱਧਦੀ ਡਿਮਾਂਡ ਨੂੰ ਵੇਖਦੇ ਹੋਏ ਸਰਕਾਰ ਨੇ 500 ਨਵੇਂ ਕਰਮਚਾਰੀ ਨੌਕਰੀ ਤੇ ਰੱਖੇ ਨੇ ਤਾਂ ਕਿ ਪਾਸਪੋਰਟ ਜਾਰੀ ਕਰਨ ਦੇ ਕੰਮ ਨੂੰ ਛੇਤੀ ਤੋਂ ਛੇਤੀ ਕੀਤਾ ਜਾਵੇ। ਪਾਸਪੋਰਟ ਲਈ ਲੰਬੀਆਂ ਕਤਾਰਾਂ ਲੱਗਣ ਕਰਕੇ ਹਾਲਾਤ ਇਹ ਹੋ ਗਏ ਨੇ ਕਿ ਕਈ ਲੋਕਾਂ ਨੇ ਉਹਨਾਂ ਦੀ ਜਗ੍ਹਾ ਪਾਸਪੋਰਟ ਲੈਣ ਲਈ ਲਾਈਨਾਂ 'ਚ ਲੱਗ ਰਹੇ ਵਿਅਕਤੀਆਂ ਨੂੰ ਹਜ਼ਾਰਾਂ ਡਾਲਰ ਦੇਣ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ। ਮਾਰਚ ਦੇ ਮਹੀਨੇ 'ਚ ਫੈਡਰਲ ਸਰਕਾਰ ਵੱਲੋਂ ਪਾਸਪੋਰਟਾਂ ਨੂੰ ਰੀਨਿਊ ਕਰਵਾਉਣ ਵਾਲੇ ਪ੍ਰੋਸੈਸ 'ਚ ਕਈ ਪਿਛਲੀਆਂ ਲੋੜਾਂ ਨੂੰ ਹਟਾ ਦਿੱਤਾ ਗਿਆ ਸੀ, ਜਿਸ ਨਾਲ ਜਿਨ੍ਹਾਂ ਦੀ ਕੋਈ ਤਤਕਾਲ ਯਾਤਰਾ ਦੀ ਯੋਜਨਾ ਨਹੀਂ ਬਣ ਰਹੀ ਉਹ ਈਮੇਲ ਰਾਹੀਂ ਵੀ ਇਸ ਨੂੰ ਅਪਲਾਈ ਕਰ ਸਕਦੇ ਨੇ। ਪਰ ਜੇਕਰ ਕੋਈ ਛੇਤੀ ਬਾਹਰ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਖੁਦ ਜਾ ਕੇ ਪਾਸਪੋਰਟ ਰੀਨਿਊ ਕਰਵਾਉਣ ਲਈ ਅਰਜ਼ੀ ਦੇਣੀ ਪਵੇਗੀ। ਜਾਣਕਾਰੀ ਮੁਤਾਬਕ ਜੇਕਰ ਤੁਲਨਾ ਕੀਤੀ ਜਾਵੇ ਤਾਂ ਮਹਾਮਾਰੀ ਦੇ ਪਹਿਲੇ ਸਾਲ 'ਚ ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਤੱਕ ਸਰਕਾਰ ਵੱਲੋਂ 3,63,000 ਪਾਸਪੋਰਟ ਜਾਰੀ ਕੀਤੇ ਗਏ ਨੇ ਅਤੇ ਪੂਰੇ ਸਾਲ 'ਚ 1.27 ਮਿਲੀਅਨ ਪਾਸਪੋਰਟ ਜਾਰੀ ਕੀਤੇ ਗਏ ਨੇ, ਜਿਸ ਵਿੱਚ ਇਕੱਲੇ ਸਤੰਬਰ 2021 ਤੋਂ ਲੈ ਕੇ ਮਾਰਚ 2022 ਤੱਕ ਵਿਭਾਗ ਵੱਲੋਂ 9,60,000 ਪਾਸਪੋਰਟ ਜਾਰੀ ਕੀਤੇ ਗਏ ਨੇ। ਅੱਗੇ ਹੁਣ ਜਾਣਕਾਰੀ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਮੁੜ ਤੋਂ ਅੰਕੜੇ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਹੁਣ 2 ਮਿਲੀਅਨ ਤੋਂ ਵੱਧ ਜਿਹੜੀਆਂ ਫਾਈਲਾਂ ਨੇ, ਅਰਜ਼ੀਆਂ ਲਾਈਆਂ ਹੋਈਆਂ ਨੇ, ਅਰਜ਼ੀ ਧਾਰਕਾਂ ਨੇ, ਉਹ ਬੈਕਲੌਗ ਦੇ ਵਿੱਚ ਚਲੀਆਂ ਗਈਆਂ ਨੇ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਕੰਮ ਵਿੱਚ ਹੋ ਰਹੀ ਦੇਰੀ ਅਰਜ਼ੀ ਧਾਰਕਾਂ ਦੇ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇੱਕ ਪਾਸੇ ਮਾਰਚ ਮਹੀਨੇ ਦੇ ਅੰਕੜੇ ਸਾਹਮਣੇ ਆਏ ਸੀ ਕਿ 1.8 ਮਿਲੀਅਨ ਤੱਕ ਅਰਜ਼ੀਆਂ ਜਹੀਆਂ ਨੇ ਜੋ ਬੈਕਲੌਗ ਦੇ ਵਿੱਚ ਨੇ ਤੇ ਇਹ ਬੈਕਲੌਗ ਹੁਣ ਹੋਰ ਜ਼ਿਆਦਾ ਵੱਧ ਚੁੱਕਿਆ ਹੈ। ਜਿਸ ਸੰਬੰਧੀ ਤਾਜ਼ਾ ਅੰਕੜੇ ਜੋ ਸਾਹਮਣੇ ਆਏ ਨੇ ਸਾਲ 2022 ਦੇ ਅਪ੍ਰੈਲ ਮਹੀਨੇ ਦੇ, ਉਸ ਮੁਤਾਬਕ ਇਹ ਬੈਕਲੌਗ 2 ਮਿਲੀਅਨ ਨੂੰ ਵੀ ਪਾਰ ਕਰ ਚੁੱਕਿਆ ਹੈ। ਯਾਨੀ ਕਿ 20 ਲੱਖ ਤੋਂ ਵੱਧ ਅਰਜ਼ੀਆਂ ਜਹੀਆਂ ਨੇ ਜੋ ਕਿ ਇਸ ਸਮੇਂ ਬੈਕਲੌਗ ਦੇ ਵਿੱਚ ਨੇ ਤੇ ਇਹ ਗਿਣਤੀ ਹਰ ਮਹੀਨੇ ਵਧਦੀ ਆ ਰਹੀ ਹੈ, ਜੋ ਕਿ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਬੈਕਲੌਗ ਦੇ ਵਿੱਚ ਵਾਧਾ ਹੁੰਦਾ ਹੀ ਨਜ਼ਰ ਆ ਰਿਹਾ ਹੈ। ਇੱਕ ਵਾਰ ਇਸ ਸੰਬੰਧੀ ਦਾਅਵਾ ਵੀ ਕੀਤਾ ਗਿਆ ਤੇ ਅੰਕੜੇ ਸਾਹਮਣੇ ਆਏ ਕਿ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਤੇ ਬੈਕਲੌਗ ਨੂੰ ਘੱਟ ਕੀਤਾ ਜਾ ਰਿਹਾ ਹੈ, ਪਰ ਮੁੜ ਤੋਂ ਜੋ ਇਸ ਸਮੇਂ ਅੰਕੜੇ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ 2 ਮਿਲੀਅਨ ਦੇ ਕਰੀਬ ਅਰਜ਼ੀ ਧਾਰਕ ਅਜਿਹੇ ਨੇ ਜੋ ਬੈਕਲੌਗ ਦੇ ਵਿੱਚ ਨੇ। ਇਸ ਸੰਬੰਧੀ ਅੰਕੜੇ ਸਾਂਝੇ ਕੀਤੇ ਗਏ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਉੱਤੇ ਜੋ ਜਾਣਕਾਰੀ ਮੌਜੂਦ ਹੈ, ਜਿਵੇਂ ਕਿ ਐਕਸਪ੍ਰੈਸ ਐਂਟਰੀ ਆਨਲਾਈਨ ਜਿਨ੍ਹਾਂ ਦੇ ਵੱਲੋਂ ਵੀ PR ਦੀ ਫਾਈਲ ਲਗਾਈ ਗਈ, ਉਸ ਵਾਸਤੇ ਇਸ ਸਮੇਂ ਪ੍ਰੋਸੈਸਿੰਗ ਟਾਈਮ 9 ਮਹੀਨੇ ਦਿਖਾਇਆ ਜਾ ਰਿਹਾ ਹੈ। ਕੇਅਰ ਗਿਵਰਸ ਦੇ ਵਾਸਤੇ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਉਹਨਾਂ ਵਾਸਤੇ ਕੋਈ ਪ੍ਰਕਿਰਿਆ ਦਾ ਸਮਾਂ ਹੀ ਮੌਜੂਦ ਨਹੀਂ ਹੈ। ਇਸ ਦੇ ਨਾਲ ਹੀ ਪ੍ਰੋਵਿੰਸ਼ੀਅਲ ਨੋਮੀਨੀਜ਼ ਨੇ ਜੋ ਉਸ ਵਾਸਤੇ 22 ਮਹੀਨੇ ਦਾ ਸਮਾਂ ਪ੍ਰਕਿਰਿਆ ਦਾ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਖੋ ਵੱਖਰੇ ਪੱਧਰ ਦੇ ਉੱਤੇ ਇਹ ਸਮਾਂ ਹੈ ਜੋ ਪ੍ਰਕਿਰਿਆ ਉਸ ਸਮੇਂ ਦੇ ਵਿੱਚ ਪੂਰੀ ਹੋਣੀ ਵੀ ਚਾਹੀਦੀ ਹੈ, ਪਰ ਫਿਰ ਵੀ ਉਸ ਸਮੇਂ ਦੇ ਦਰਮਿਆਨ ਵੀ ਅਰਜ਼ੀ ਧਾਰਕ ਨੇ ਕਈ ਜਿਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ, ਜਿਸ ਕਰਕੇ ਉਹ ਕਾਫੀ ਪਰੇਸ਼ਾਨ ਨੇ। ਪਾਰਲੀਮੈਂਟ ਦੇ ਵਿੱਚ ਵੀ ਇਸ ਸੰਬੰਧੀ ਕੰਜ਼ਰਵੇਟਿਵਸ ਦੇ ਵੱਲੋਂ ਕਈ ਵਾਰ ਮੁੱਦਾ ਚੁੱਕਿਆ ਗਿਆ ਹੈ ਤਾਂ ਦੂਜੇ ਪਾਸੇ ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਜਿੱਥੇ ਇੱਕ ਪਾਸੇ ਆਰਥਿਕਤਾ ਨੂੰ ਲੈ ਕੇ ਵੱਡੇ ਕਦਮ ਚੁੱਕੇ ਗਏ ਨੇ ਕਿ ਮੁੜ ਤੋਂ ਆਰਥਿਕਤਾ ਲੀਹ ਦੇ ਉੱਤੇ ਆ ਸਕੇ ਤੇ ਇਸੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਵੀ ਤੇਜ਼ੀ ਆਈ ਹੈ, ਜੋ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਇਮੀਗ੍ਰੇਸ਼ਨ ਦਾ ਕੰਮ ਕਾਫੀ ਜ਼ਿਆਦਾ ਹੌਲੀ ਹੋ ਗਿਆ ਸੀ। ਪਰ ਇਸ ਸਮੇਂ ਜਿਹੜੇ ਅਰਜ਼ੀ ਧਾਰਕ ਤਾਜ਼ਾ ਫਾਈਲਾਂ ਲਾ ਰਹੇ ਨੇ
ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਜਵਾਬ ਜ਼ਰੂਰ ਮਿਲ ਰਹੇ ਨੇ, ਪਰ ਜਿਨ੍ਹਾਂ ਨੇ ਪੁਰਾਣੀਆਂ ਫਾਈਲਾਂ ਲਾਈਆਂ ਹੋਈਆਂ ਨੇ, ਬੈਕਲੌਗ ਦੇ ਵਿੱਚ ਨੇ ਜਿਨ੍ਹਾਂ ਦੀਆਂ ਫਾਈਲਾਂ, ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਮਿਲ ਰਿਹਾ। ਫਿਰ ਬੇਸ਼ੱਕ ਕੋਈ ਆਪਣੀ PR ਦੀ ਉਡੀਕ ਕਰ ਰਿਹਾ ਹੋਵੇ, ਜਾਂ ਵਰਕ ਪਰਮਿਟ ਦੀ, ਜਾਂ ਸਟੱਡੀ ਪਰਮਿਟ ਦੀ, ਜਾਂ ਫਿਰ ਵਿਜ਼ਟਰ ਵੀਜ਼ਾ ਦੀ। ਅੱਗੇ ਅਪਡੇਟ ਹੈ ਉਸ ਖਬਰ ਦੇ ਬਾਰੇ ਜੋ ਕਿ 335 ਨੰਬਰ ਬੱਸ ਸਰੀ ਦੇ ਵਿੱਚ, ਜਿਸ ਦੇ ਵਿੱਚ ਇੱਕ 17 ਸਾਲ ਦੀ ਬੱਚੀ ਦੇ ਉੱਤੇ ਅਣਜਾਣ ਵਿਅਕਤੀ ਨੇ ਹਮਲਾ ਕੀਤਾ। ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰੀ 'ਚ ਬੱਸ ਵਿੱਚ ਨਾਬਾਲਗ ਬੱਚੀ ਦੇ ਸਿਰ ਤੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਵੱਲੋਂ ਟਵੀਟ ਕਰਕੇ ਮਾਮਲੇ 'ਚ ਹੋਈ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇੱਕ ਵੀਡੀਓ ਅਤੇ ਇੱਕ ਤਸਵੀਰ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਗਈ। ਪੁਲਿਸ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੀ ਮਦਦ ਕਰਕੇ ਇਸ ਮਾਮਲੇ 'ਚ ਛੇਤੀ ਗ੍ਰਿਫਤਾਰੀ ਹੋਈ ਹੈ, ਜਿਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪੁਲਿਸ ਵੱਲੋਂ ਮੁਲਜ਼ਮ ਦਾ ਨਾਮ ਅਜੇ ਨਹੀਂ ਦੱਸਿਆ ਗਿਆ ਅਤੇ ਨਾ ਹੀ ਮੁਲਜ਼ਮ ਤੇ ਮਾਮਲਾ ਦਰਜ ਕਰਨ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਵੀਡੀਓ 'ਚ 17 ਸਾਲਾਂ ਦੀ ਬੱਚੀ ਬੱਸ ਦੀ ਪਿਛਲੀ ਸੀਟ ਤੇ ਬੈਠੀ ਸੀ, ਜਿਸ ਸਮੇਂ ਇੱਕ ਵਿਅਕਤੀ ਬੱਸ 'ਚ ਚੜ੍ਹਦਾ ਹੈ ਅਤੇ ਬੈਠਣ ਤੋਂ ਬਾਅਦ ਮੁੜ ਖੜਾ ਹੋ ਜਾਂਦਾ ਹੈ, ਜਿਸ ਤੋਂ ਥੋੜੀ ਦੇਰ ਬਾਅਦ ਉਹ ਬੱਚੀ ਦੇ ਸਿਰ ਤੇ ਵਾਰ-ਵਾਰ ਹਮਲਾ ਕਰਦਾ ਵੇਖਿਆ ਗਿਆ ਸੀ। ਪੀੜਤ ਬੱਚੀ ਨੇ ਘਰ ਪਹੁੰਚਣ ਤੋਂ ਬਾਅਦ ਫੋਨ ਕਰਕੇ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਗਈ। ਇਸ ਪੂਰੀ ਘਟਨਾ ਦੌਰਾਨ ਪੀੜਤ ਬੱਚੀ ਨੂੰ ਕੋਈ ਗੰਭੀਰ ਸੱਟਾਂ ਨਹੀਂ ਆਈਆਂ ਅਤੇ ਉਹ ਹੁਣ ਠੀਕ ਹੈ। ਅੱਗੇ ਜਾਣਕਾਰੀ ਜੋ ਕ੍ਰੇਨ ਆਪਰੇਟਰ ਇਸ ਸਮੇਂ ਹੜਤਾਲ ਦੇ ਉੱਤੇ ਨੇ, ਜਿਸ ਕਰਕੇ ਕਈ ਪ੍ਰੋਜੈਕਟ ਜਿਨ੍ਹਾਂ ਦਾ ਕੰਮ ਰੁਕ ਗਿਆ ਹੈ ਤੇ ਕਾਫੀ ਨਿਰਮਾਣ ਦਾ ਕੰਮ ਇਸ ਨਾਲ ਪ੍ਰਭਾਵਿਤ ਹੋ ਰਿਹਾ ਹੈ। ਓਟਵਾ ਵਿੱਚ ਚੱਲ ਰਹੀ ਕ੍ਰੇਨ ਆਪਰੇਟਰਾਂ ਦੀ ਹੜਤਾਲ ਵੱਡੇ ਕੰਸਟਰਕਸ਼ਨ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਹੜਤਾਲ ਦੇ ਚੱਲਦੇ ਲਿਬਰਟਨ ਫਲੈਟਸ 'ਚ $334 ਮਿਲੀਅਨ ਦੀ ਚੱਲ ਰਹੀ ਸੈਂਟਰ ਲਾਇਬ੍ਰੇਰੀ ਦੀ ਉਸਾਰੀ ਬੰਦ ਹੋ ਗਈ ਹੈ, ਜਿਸ ਨਾਲ ਟ੍ਰਾਂਜ਼ਿਟ ਪ੍ਰੋਜੈਕਟਾਂ ਤੇ ਵੀ ਅਸਰ ਪੈ ਸਕਦਾ ਹੈ। ਇੰਟਰਨੈਸ਼ਨਲ ਯੂਨਿਟ ਆਫ ਆਪਰੇਟਿੰਗ ਇੰਜੀਨੀਅਰਸ ਲੋਕਲ 793 ਦੇ ਨਾਲ ਕ੍ਰੇਨ ਅਤੇ ਬਾਕੀ ਆਪਰੇਟਰਾਂ ਦੀ ਹੜਤਾਲ ਸੋਮਵਾਰ ਤੋਂ ਚੱਲ ਰਹੀ ਹੈ। ਇਸ ਦੌਰਾਨ ਆਪਰੇਟਰਾਂ ਨੂੰ ਇੱਕ ਪੇਸ਼ਕਸ਼ ਵੀ ਦਿੱਤੀ ਗਈ ਸੀ, ਜਿਸ ਲਈ ਉਹਨਾਂ ਨੇ ਇਨਕਾਰ ਕਰ ਦਿੱਤਾ। ਇੰਟਰਨੈਸ਼ਨਲ ਯੂਨਿਟ ਆਫ ਆਪਰੇਟਿੰਗ ਇੰਜੀਨੀਅਰਸ ਮੁਤਾਬਕ ਪੇਸ਼ਕਸ਼ 'ਚ ਆਪਰੇਟਰਾਂ ਦੀ ਤਨਖਾਹ 'ਚ 3 ਸਾਲਾਂ 'ਚ 1 ਘੰਟੇ ਦੇ ਹਿਸਾਬ ਨਾਲ $8 ਦਾ ਵਾਧਾ ਕੀਤਾ ਗਿਆ, ਜੋ ਕਿ 1 ਸਾਲ ਦੇ ਮੁਤਾਬਕ ਤਨਖਾਹ 'ਚ ਸਿਰਫ 4% ਦਾ ਵਾਧਾ ਹੈ। ਹੜਤਾਲ ਦੇ ਚੱਲਦੇ ਐਟਸੋਕੇ ਪ੍ਰੋਜੈਕਟ ਸਾਈਟ ਤੇ ਫਿਲਹਾਲ ਲਈ ਕੰਮ ਬੰਦ ਹੋ ਗਿਆ ਹੈ। ਇਨਫਰਾਸਟ੍ਰਕਚਰ ਸਰਵਿਸਿਜ਼ ਦੇ ਡਾਇਰੈਕਟਰ ਕੈਰੀਨਾ ਡੂਸੀਓਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਟੀਮ ਵੱਲੋਂ ਹਾਲਾਤਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਉਹ ਸਾਂਝੀ ਕੀਤੀ ਜਾਵੇਗੀ। ਲਿਬਰਟਨ ਫਲੈਟਸ 'ਚ ਚੱਲ ਰਹੀ ਨਵੀਂ ਲਾਇਬ੍ਰੇਰੀ ਦੀ ਉਸਾਰੀ ਦਾ ਪ੍ਰਾਈਸ ਟੈਗ ਕੰਸਟਰਕਸ਼ਨਸ ਦੀਆਂ ਕੀਮਤਾਂ ਵਧਣ ਨਾਲ $131 ਮਿਲੀਅਨ ਵੱਧ ਗਿਆ ਹੈ। ਅਕਤੂਬਰ 'ਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਸਾਲ 2026 'ਚ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸਾਲ 2025 'ਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕਰਨ ਦੀ ਯੋਜਨਾ ਬਣਾਈ ਗਈ। ਓਟਵਾ ਪੁਲਿਸ ਨੇ ਨਸ਼ਾ ਤਸਕਰੀ ਕਰਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 6 ਗ੍ਰਿਫਤਾਰੀਆਂ ਕੀਤੀਆਂ ਨੇ। 7ਵੇਂ ਇੱਕ ਵਿਅਕਤੀ ਦੀ ਭਾਲ ਵੀ ਕੀਤੀ ਜਾ ਰਹੀ ਹੈ। ਓਟਵਾ ਪੁਲਿਸ ਵੱਲੋਂ ਰਾਜਧਾਨੀ 'ਚ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਰਾਜਧਾਨੀ 'ਚ ਨਸ਼ਾ ਤਸਕਰੀ ਦੇ ਮਾਮਲੇ 'ਚ 3 ਮਹੀਨੇ ਤੋਂ ਜਾਂਚ ਚੱਲ ਰਹੀ ਸੀ, ਜਿਸ 'ਚ ਪੁਲਿਸ ਵੱਲੋਂ 210 ਕਿਲੋਗ੍ਰਾਮ ਭੰਗ, 1.5 ਕਿਲੋਗ੍ਰਾਮ ਕੋਕੇਨ, 7000 ਨਸ਼ੇ ਦੀਆਂ ਗੋਲੀਆਂ, ਨਕਦੀ ਅਤੇ ਕਾਫੀ ਮਹਿੰਗੇ ਵਾਹਨ ਵੀ ਜ਼ਬਤ ਕੀਤੇ ਗਏ ਨੇ। ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਨ ਲਈ ਪੁਲਿਸ ਵੱਲੋਂ ਜਾਂਚ ਦਾ ਨਾਮ ਪ੍ਰੋਜੈਕਟ ਰੋਡ ਰਨਰ ਰੱਖਿਆ ਗਿਆ ਸੀ, ਜਿਸ 'ਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਓਟਵਾ ਦੇ ਵਿੱਚ 6 ਘਰਾਂ 'ਚ ਛਾਪੇਮਾਰੀ ਕੀਤੀ ਗਈ। ਮਾਮਲੇ 'ਚ 7 ਮੁਲਜ਼ਮਾਂ ਤੇ ਇਲਜ਼ਾਮ ਲੱਗੇ ਨੇ, ਜਿਨ੍ਹਾਂ ਵਿੱਚੋਂ 6 ਮੁਲਜ਼ਮ ਹਿਰਾਸਤ 'ਚ ਨੇ। 6 ਦੇ 6 ਮੁਲਜ਼ਮਾਂ ਤੇ ਕੰਟਰੋਲਡ ਡਰੱਗਸ ਐਂਡ ਸਬਸਟੈਂਸਸ ਐਕਟ, ਕ੍ਰਿਮੀਨਲ ਕੋਡ ਐਂਡ ਕੈਨਾਬਿਸ ਐਕਟ ਦੇ ਤਹਿਤ ਨਸ਼ੇ ਦਾ ਸਮਾਨ ਰੱਖਣ ਅਤੇ ਉਸ ਨੂੰ ਵੇਚਣ ਦੇ ਇਲਜ਼ਾਮ ਲੱਗੇ ਨੇ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਦੌਰਾਨ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਮਾਨ ਅਤੇ ਨਕਲੀ ਹਥਿਆਰ ਵੀ ਜ਼ਬਤ ਕੀਤੇ ਗਏ ਨੇ। ਮਾਮਲੇ 'ਚ ਪੁਲਿਸ ਵੱਲੋਂ 7ਵੇਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਤੇ ਅਪਰਾਧਿਕ ਸੰਗਠਨਾਂ ਦਾ ਹਿੱਸਾ ਬਣਨਾ, ਉਹਨਾਂ ਦੀ ਮਦਦ ਕਰਨਾ ਅਤੇ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਲੱਗੇ ਨੇ। ਕੋਵਿਡ-19 ਦੀ ਮਹਾਮਾਰੀ ਦੌਰਾਨ ਤੇ ਇਸ ਤੋਂ ਬਾਅਦ ਮਾਨਸਿਕ ਤਣਾਅ ਦੇ ਮਾਮਲੇ ਕਾਫੀ ਜ਼ਿਆਦਾ ਗਿਣਤੀ ਵਿੱਚ ਲਗਾਤਾਰ ਸਾਹਮਣੇ ਆ ਰਹੇ ਨੇ। ਕਾਫੀ ਗਿਣਤੀ ਵਿੱਚ ਲੋਕ ਅਜਿਹੇ ਨੇ ਜਿਹੜੇ ਕਿ ਮਾਨਸਿਕ ਤਣਾਅ ਦਾ ਸਾਹਮਣਾ ਵੀ ਕਰ ਰਹੇ ਨੇ ਤੇ ਨਾਲ ਹੀ ਉਹ ਇਸ ਗੱਲ ਦਾ ਜ਼ਿਕਰ ਕਿਸੇ ਦੇ ਕੋਲ ਨਹੀਂ ਕਰ ਰਹੇ। ਤੇ ਇਸ ਸੰਬੰਧੀ ਇੱਕ ਤਾਜ਼ਾ ਰਿਪੋਰਟ ਵੀ ਸਾਂਝੀ ਕੀਤੀ ਗਈ ਹੈ, ਉਸ ਦੇ ਬਾਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ। 2 ਸਾਲਾਂ ਤੋਂ ਵੀ ਵੱਧ ਜਦੋਂ ਦੀ ਮਹਾਮਾਰੀ ਸ਼ੁਰੂ ਹੋਈ ਹੈ, 4 ਵਿੱਚੋਂ ਹਰ ਇੱਕ ਕੈਨੇਡੀਅਨ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਿਹਾ ਹੈ।
ਵਾਟਰਲੂ ਯੂਨੀਵਰਸਿਟੀ ਵੱਲੋਂ ਇੱਕ ਨਵਾਂ ਡਾਟਾ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ 2020 ਤੋਂ ਲੋਕਾਂ ਵਿੱਚ ਮਾਨਸਿਕ ਪਰੇਸ਼ਾਨੀ ਬਹੁਤ ਜ਼ਿਆਦਾ ਵੱਧ ਗਈ ਹੈ। ਮੈਂਟਲ ਹੈਲਥ ਰਿਸਰਚ ਕੈਨੇਡਾ ਵੱਲੋਂ ਇਕੱਠੇ ਕੀਤੇ ਗਏ ਸਰਵੇ ਡਾਟਾ ਦੀ ਯੂਨੀਵਰਸਿਟੀ ਆਫ ਵਾਟਰਲੂ ਦੇ ਰਿਸਰਚਰਸ ਵੱਲੋਂ ਜਾਂਚ ਕੀਤੀ ਗਈ, ਜਿਸ 'ਚ ਇਹ ਪਾਇਆ ਗਿਆ ਕਿ 23% ਕੈਨੇਡੀਅਨਸ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ, ਜਦੋਂ ਕਿ 15% ਹਾਈ ਡਿਪਰੈਸ਼ਨ 'ਚ ਨੇ। ਯੂਨੀਵਰਸਿਟੀ ਦੇ PhD ਵਿਦਿਆਰਥੀ ਗੁਸਤਾਵੋ ਬੇਟੀਨੇ ਨੇ ਜਾਣਕਾਰੀ ਦਿੱਤੀ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਡਿਪਰੈਸ਼ਨ ਅਤੇ ਮਾਨਸਿਕ ਪਰੇਸ਼ਾਨੀ ਦੇ ਪੱਧਰ 4 ਤੋਂ 5% ਤੱਕ ਸੀ, ਪਰ ਸਰਵੇਖਣ ਵਿੱਚ ਜੋ ਸਾਹਮਣੇ ਆਇਆ ਹੈ ਉਹ ਬਹੁਤ ਚਿੰਤਾਜਨਕ ਹੈ। ਬੇਟੀਨੀ ਨੇ ਕਿਹਾ ਕਿ COVID-19 ਦੇ ਉੱਚ ਪੱਧਰੀ ਇੰਜੈਕਸ਼ਨਸ ਲੱਗਣ ਤੋਂ ਬਾਅਦ ਅਤੇ ਪਾਬੰਦੀਆਂ ਹਟਣ ਤੋਂ ਬਾਅਦ ਵੀ ਮਾਨਸਿਕ ਪਰੇਸ਼ਾਨੀ ਅਤੇ ਡਿਪਰੈਸ਼ਨ ਦੀ ਦਰਾਂ 'ਚ ਅਪ੍ਰੈਲ 2020 ਦੀ ਪੋਲਿੰਗ ਤੋਂ ਬਾਅਦ ਬਹੁਤ ਥੋੜੀ ਗਿਰਾਵਟ ਦੇਖੀ ਗਈ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੀ ਆਮ ਆਬਾਦੀ ਨਾਲੋਂ ਕੈਨੇਡੀਅਨ ਨੌਜਵਾਨ ਜਾਂ ਉਹ ਵਿਅਕਤੀ ਜੋ LGBTQ2S+ ਭਾਈਚਾਰੇ ਨਾਲ ਸੰਬੰਧਿਤ ਨੇ, ਉਹਨਾਂ ਦੇ ਵਿੱਚ ਮਹਾਮਾਰੀ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਅਤੇ ਡਿਪਰੈਸ਼ਨ ਵੱਧ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਨੇ। ਅਤੇ ਜਿਹੜੇ ਵਿਅਕਤੀ ਲੰਬੇ ਸਮੇਂ ਤੋਂ COVID-19 ਦੇ ਲੱਛਣਾਂ ਨਾਲ ਜੂਝ ਰਹੇ ਨੇ, ਉਹਨਾਂ ਵਿੱਚ ਵੀ ਮਾਨਸਿਕ ਤਣਾਅ ਵੱਧ ਦੇਖਿਆ ਗਿਆ ਹੈ। ਇਸ ਨਾਲ ਹੀ ਕੈਨੇਡਾ ਵਿੱਚ ਬੇਰੁਜ਼ਗਾਰੀ ਦਰ ਇਸ ਸਮੇਂ ਕਾਫੀ ਹੋਰ ਹੇਠਾਂ ਆ ਗਈ ਹੈ। ਇਸ ਦੇ ਬਾਰੇ ਸਟੈਟਸ ਕੈਨੇਡਾ ਨੇ ਤਾਜ਼ਾ ਅੰਕੜੇ ਜੋ ਸਾਂਝੇ ਕੀਤੇ ਸੀ, ਉਸ ਆਧਾਰ ਦੇ ਉੱਤੇ ਜੋ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ, ਉਸ ਦੇ ਵਿੱਚ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ। ਦੇਸ਼ ਦੀ ਇਕਨੋਮੀ 'ਚ 15,000 ਹੋਰ ਨੌਕਰੀਆਂ ਸ਼ਾਮਲ ਹੋਣ ਨਾਲ ਅਪ੍ਰੈਲ ਮਹੀਨੇ ਦੀ ਬੇਰੁਜ਼ਗਾਰੀ ਦੀ ਦਰ ਹੋਰ ਹੇਠਾਂ ਆ ਗਈ ਹੈ। ਇਹ ਦਾਅਵਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ 'ਚ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਅਪ੍ਰੈਲ ਮਹੀਨੇ ਦੀ ਬੇਰੁਜ਼ਗਾਰੀ ਦੀ ਦਰ 5.2% ਆਈ ਹੈ, ਜੋ ਕਿ ਮਾਰਚ ਦੇ ਮਹੀਨੇ 'ਚ 5.3% ਸੀ। 1976 ਤੋਂ ਬਾਅਦ ਬੇਰੁਜ਼ਗਾਰੀ ਦੀ ਦਰ ਹੁਣ ਦੇ ਅੰਕੜਿਆਂ ਦੇ ਮੁਤਾਬਕ ਸਭ ਤੋਂ ਹੇਠਾਂ ਆ ਗਈ ਹੈ, ਕਿਉਂਕਿ ਅਪ੍ਰੈਲ ਦੇ ਮਹੀਨੇ 'ਚ ਵਿਗਿਆਨਕ ਅਤੇ ਤਕਨੀਕੀ ਸੇਵਾਵਾਂ 'ਚ ਨੌਕਰੀਆਂ ਦੀ ਗਿਣਤੀ 15,000 ਵਧੀ ਹੈ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਕੈਟੇਗਰੀ 'ਚ 17,000 ਦਾ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੋ ਅੰਕੜੇ ਸਾਹਮਣੇ ਆਏ ਨੇ, ਉਸ 'ਚ ਇਹ ਦੇਖਿਆ ਗਿਆ ਹੈ ਕਿ ਹਾਲ ਹੀ ਦੇ ਮਹੀਨਿਆਂ 'ਚ ਲੇਬਰ ਮਾਰਕੀਟ ਦੀ ਤੰਗ ਸਥਿਤੀ ਦੇਖਣ ਨੂੰ ਮਿਲੀ ਹੈ, ਜਿਸ 'ਚ ਪਾਰਟ ਟਾਈਮ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ 'ਚ ਕਮੀ ਆਈ ਹੈ, ਕਿਉਂਕਿ ਸਾਰੇ ਫੁੱਲ ਟਾਈਮ ਕੰਮ ਨੂੰ ਪਹਿਲਾਂ ਤਰਜੀਹ ਦਿੰਦੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਵੀ ਨੋਟ ਕੀਤਾ ਗਿਆ ਹੈ ਕਿ ਜੋ ਪ੍ਰਤੀ ਘੰਟਾ ਦੇ ਹਿਸਾਬ ਨਾਲ $20 ਤੋਂ ਘੱਟ ਕਮਾ ਰਹੇ ਨੇ, ਉਹਨਾਂ 'ਚ ਅਪ੍ਰੈਲ ਦੇ ਮਹੀਨੇ 'ਚ 25.9% ਕਾਮੇ ਆਉਂਦੇ ਨੇ, ਜਿਸ ਦੀ ਦਰ ਅਪ੍ਰੈਲ 2019 'ਚ 35.5% ਸੀ। ਇਸ ਦੌਰਾਨ 1 ਘੰਟੇ ਦੇ ਹਿਸਾਬ ਨਾਲ $40 ਜਾਂ ਇਸ ਤੋਂ ਵੱਧ ਕਮਾਉਣ ਵਾਲਿਆਂ ਦੀ ਦਰ 24.5% ਆਈ ਹੈ, ਜੋ ਕਿ ਪਿਛਲੇ 3 ਸਾਲਾਂ ਤੋਂ 18% ਸੀ। ਇਸ ਦੇ ਨਾਲ ਹੀ ਮਹਾਮਾਰੀ ਦਾ ਅਸਰ ਵੀ ਇਕਨੋਮੀ ਤੇ ਪਿਆ ਹੈ, ਜਿਸ ਕਰਕੇ ਮਾਰਚ ਦੇ ਮਹੀਨੇ ਦੇ ਮੁਕਾਬਲੇ ਅਪ੍ਰੈਲ ਦੇ ਮਹੀਨੇ 'ਚ ਕੰਮ ਕਰਨ ਦੇ ਘੰਟੇ 1.9% ਨਾਲ ਘਟ ਗਏ, ਕਿਉਂਕਿ ਕਈ ਲੋਕ ਬਿਮਾਰ ਹੋਣ ਕਰਕੇ ਵੀ ਕੰਮ ਤੋਂ ਗੈਰ ਹਾਜ਼ਰ ਰਹੇ ਨੇ ਅਤੇ ਕੁਝ ਕੁ ਅਸਰ ਮੈਨੀਟੋਬਾ 'ਚ ਆਏ ਬਰਫੀਲੇ ਤੂਫਾਨ ਕਰਕੇ ਵੀ ਪਿਆ, ਜਿਸ ਕਰਕੇ ਕੰਮ ਕਰਨ ਦੇ ਘੰਟੇ ਪ੍ਰਭਾਵਿਤ ਹੋਏ ਨੇ। ਤੇ ਅੱਗੇ ਜਾਣਕਾਰੀ ਜੋ ਇੱਕ ਕੂੜੇਦਾਨ ਦੇ ਵਿੱਚ ਬੱਚੀ ਦੀ ਮ੍ਰਿਤਕ ਦੇਹ ਮਿਲੀ, ਉਸ ਦੇ ਬਾਰੇ ਪੁਲਿਸ ਨੇ ਜੋ ਅਪਡੇਟ ਸਾਂਝੀ ਕੀਤੀ ਹੈ, ਉਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੁਣ ਇਸ ਰਿਪੋਰਟ ਦੇ ਵਿੱਚ ਦਵਾਂਗੇ। ਪਿਛਲੇ ਦਿਨੀ ਰੋਜ਼ਡੇਲ ਦੇ ਵੱਡੇ ਕੂੜੇਦਾਨ ਤੋਂ ਮਿਲੀ ਮ੍ਰਿਤਕ ਦੇਹ ਦੀ ਪਛਾਣ ਕਰ ਲਈ ਗਈ ਹੈ, ਜੋ ਕਿ ਇੱਕ ਛੋਟੀ ਬੱਚੀ ਦੀ ਸੀ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਪਿਛਲੇ ਸਾਲ ਹੋ ਚੁੱਕੀ ਸੀ। ਟੋਰਾਂਟੋ ਪੁਲਿਸ ਵੱਲੋਂ 2 ਕੰਬਲਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ, ਜਿਸ 'ਚ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਬੱਚੀ ਦੀ ਦੇਹ ਨੂੰ ਇੱਕ ਲਿਫਾਫੇ 'ਚ ਬੰਨ੍ਹ ਕੇ 2 ਤਰ੍ਹਾਂ ਦੇ ਕੰਬਲਾਂ 'ਚ ਲਪੇਟਿਆ ਹੋਇਆ ਸੀ। ਮ੍ਰਿਤਕ ਬੱਚੀ ਦੀ ਉਮਰ 4 ਤੋਂ 7 ਸਾਲ ਦੀ ਦੱਸੀ ਜਾ ਰਹੀ ਹੈ, ਜੋ ਕਿ ਅਫਰੀਕੀ ਮੂਲ ਦੀ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਬੱਚੀ ਦੀ ਦੇਹ ਨੂੰ 28 ਅਪ੍ਰੈਲ ਤੋਂ 2 ਮਈ ਦੇ ਵਿਚਕਾਰ ਰੋਜ਼ਡੇਲ 'ਚ ਘਰ ਦੇ ਬਾਹਰ ਉਸਾਰੀ ਵਾਲੀ ਥਾਂ ਤੇ ਵੱਡੇ ਕੂੜੇਦਾਨ 'ਚ ਛੱਡ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਬਿਆਨ ਦਿੱਤਾ ਕਿ ਅਸੀਂ ਇਸ ਕਤਲ ਦੀ ਜਾਂਚ ਉੱਚ ਪੱਧਰ ਤੇ ਕਰ ਰਹੇ ਹਾਂ ਤਾਂ ਜੋ ਇਸ ਬੱਚੀ ਦੀ ਪਛਾਣ ਕੀਤੀ ਜਾ ਸਕੇ, ਜਿਸ ਲਈ ਦੇਸ਼ ਭਰ 'ਚ ਮੌਜੂਦ ਲਾਪਤਾ ਬੱਚਿਆਂ ਦੀ ਯੂਨਿਟ ਤੇ ਕ੍ਰਾਸ ਰੈਫਰੈਂਸਿੰਗ ਡਾਟਾਬੇਸ ਦੇ ਨਾਲ ਮਿਲ ਕੇ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਤੇ ਸੋਮਵਾਰ ਨੂੰ ਕਾਲ ਕਰਕੇ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਗਈ ਅਤੇ ਬੁੱਧਵਾਰ ਨੂੰ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ, ਪਰ ਅਜੇ ਤੱਕ ਬੱਚੇ ਦੀ ਮੌਤ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੈ ਜਾਂ ਉਸ ਏਰੀਏ ਦੀ ਕੋਈ ਵੀ ਵੀਡੀਓ ਹੈ ਅਤੇ ਜੇਕਰ ਕੋਈ ਵੀ ਤਸਵੀਰਾਂ 'ਚ ਜਾਰੀ ਕੀਤੇ ਗਏ ਕੰਬਲਾਂ ਦੀ ਜਾਂ ਬੱਚੀ ਦੇ ਦੱਸੇ ਗਏ ਵੇਰਵੇ ਦੀ ਪਛਾਣ ਕਰਦਾ ਹੈ ਤਾਂ ਉਹ ਤੁਰੰਤ ਉਸੇ ਸਮੇਂ ਪੁਲਿਸ ਨੂੰ 4168085300 ਤੇ ਕਾਲ ਕਰਕੇ ਜਾਣਕਾਰੀ ਦੇਣ।
On Monday, May the 2nd, 2022, at approximately 4:45 p.m., police received a 911 call to attend a residential property on Dale Avenue regarding possible found human remains. This property is unoccupied and under construction. Upon arrival, officers located what they believed to be human remains inside a construction disposal bin. The attending coroner examined the remains and ordered an autopsy. 53 Division Criminal Investigations commenced an investigation and immediately enlisted the assistance from the Toronto Police Service Homicide and Missing Person Unit. I would like to express my gratitude to the person who found the remains and called the police immediately, as well as the neighbors and homeowners in the area who have been so helpful over the last several days. On Wednesday, May the 4th, a post-mortem examination was completed by the Ontario Forensic Pathology Services. Evidence obtained during the course of that post-mortem examination now tells us the following. The remains of that were located are sadly of those of a little girl, possibly between the ages of 4 to 7 years. The child is described as black, of African or mixed African descent. She is 3 feet, 6 inches tall with a thin build. She has all of her teeth. She has black curly hair sectioned in 4 short ponytails, 2 of which were braided and secured with black and blue elastic bands. She was wrapped in a crochet blanket inside a plastic bag. That bag was wrapped in a colorful blanket, which you can see here today. We believe that she was left in the area sometime between Thursday, April the 28th at 12 o'clock noon and Monday, May 2nd at 4:45 p.m. Although we believe she was placed there between that time, the forensic pathologist believes that she may have been deceased as early as late as last summer or fall 2021 or perhaps earlier. We only have the preliminary results of the post-mortem examination at this time, and therefore will not be commenting on cause of death. We have 2 items of clothing associated to the child that was found, and we're hoping that someone will recognize these items, which will help us identify who she is. As you can see here to my right, there's the 2 pictures of the baby blanket and the red cloth. We are asking any member of the public who has any information whatsoever, whether that be video surveillance in the area, which we haven't already obtained, including dash cam video, or anyone who recognizes the blanket or victim description, to please call us immediately at 416-808-5300 or anonymously through Crime Stoppers at 222-TIPS. ਇਸ ਦੇ ਨਾਲ ਹੀ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।